जिन्हें भी पत्रकार भरा इत्थे पहुंचे ने सब तो पहला आप जी का बहुत बहुत धन्यवाद। अज 32 किसान जथेबंदियों की एक महत्वपूर्ण मीटिंग हुई जिसकी प्रधानगी साडे बहुत ही सत्कारयोग सरदार सतनाम सिंह जी अजनाला उन्होंने की। उन्होंने नाल सरदार सतनाम सिंह जी बहरू साहब, मुकेश चंद्र जी, जंगबीर सिंह जी चौहान, प्रेम सिंह भंगू जी और बीबी वरिंदरपाल कौर जी और बख्तावर सिंह जी, बलकरण सिंह बराड़ ये हाजिर ने, कुलदीप सिंह जी बजीतपुर साहब। और मैं बेनती करांगा अज की मीटिंग की प्रधानगी करते हुए सरदार सतनाम सिंह जी अजनाला अपने विचार तुहाडे सामने रखण। मैं अपने वालों भी 32 किसान जथेबंदियों का धन्यवाद करते हैं। बहुत शार्ट नोटिस अं आने पता नहीं होना कि नहीं होना, तुम 20-25 मिनटों च आए सो तुहाडे बहुत धन्यवाद। वेखो जिहड़ा देश भर दे विच असीं खेती बचाओ अपना खेती बचाओ लोकतंत्र बचाओ जिहड़ा दिन मना रहे हैं, सारे भारत भर विच गवर्नर हाउस के सामने धरने दे के उन्होंने मंग रोस पत्र देने हैं जिहड़े कि असीं देश के राष्ट्रपति नूं भेजने कि इन्ना चिर हो गया तो साडा मुश्किलों का हल नहीं किया जा रहा। ये केंद्र शासित जिहड़े प्रदेश आ उन्हां दे विच भी इसे तरह चंडीगढ़ दे विच भी बाकी ਇਹਦੀ ਜਿਹੜੀ ਤਿਆਰੀ ਲਈ ਪੰਜਾਬ 'ਚ ਖਾਸ ਕਰਕੇ ਬਾਕੀ ਕਿਸਾਨ ਜਥੇਬੰਦੀਆਂ ਨੇ ਅੱਜ ਮੰਥਨ ਕੀਤਾ। ਉਹਦੇ 'ਚ ਇਹ ਫੈਸਲਾ ਲਿਆ ਕਿ ਹਜ਼ਾਰਾਂ ਦੀ ਗਿਣਤੀ ਵਿੱਚ ਪੰਜਾਬ ਭਰ ਚੋਂ ਚੰਡੀਗੜ੍ਹ ਦੇ ਵਿੱਚ ਗੁਰਦੁਆਰਾ ਅੰਬ ਸਾਹਿਬ ਵਿੱਚ 11 ਵਜੇ ਤੱਕ ਜਿਹੜੇ ਆ ਲੋਕ ਇਕੱਠੇ ਹੋਣ, ਉੱਥੇ ਇਕੱਠੇ ਹੋ ਕੇ ਉੱਥੋਂ ਪੁਰ ਅਮਨ ਜਿਹੜਾ ਵਾ ਮਾਰਚ ਜਿਹੜਾ ਗਵਰਨਰ ਹਾਊਸ ਵੱਲ ਜਿਹੜਾ ਕੀਤਾ ਜਾਊਗਾ, ਉਹਦੇ ਵਿੱਚ ਅੱਗੇ ਲੋਕ ਪੈਦਲ ਹੋਣਗੇ 500-600। ਉਹਦੇ ਪਿੱਛੇ ਆਪਣੇ ਵਾਹਨਾਂ ਦੇ ਵਿੱਚ ਵੀ ਇਹ ਅਸੀਂ ਹਰ ਹਾਲਤ ਵਿੱਚ ਚਾਹੁੰਦੇ ਹਾਂ ਕਿ ਗਵਰਨਰ ਹਾਊਸ ਤੱਕ ਪਹੁੰਚਿਆ ਜਾਵੇ। ਉੱਥੇ ਕਈ ਪ੍ਰਬੰਧਕੀ ਕਮੇਟੀ ਵੀ ਬਣਾਈ ਆ, ਉਹ ਪ੍ਰਬੰਧਕੀ ਕਮੇਟੀ ਜਿਹੜੀ ਆ ਉਹ ਸਾਰੇ ਪ੍ਰੋਗਰਾਮ ਦਾ ਉੱਥੇ ਕਿਸ ਤਰ੍ਹਾਂ ਦੇ ਪ੍ਰਬੰਧ ਕਰਨੇ ਆ, ਦਰੀਆਂ ਵਿਛਾਉਣੀਆਂ ਵਾ, ਉਹ ਉਹਦੀ ਕਮੇਟੀ ਜਿਹੜੀ ਪ੍ਰਬੰਧ ਕਰ ਰਹੀ। ਇਹ ਵੀ ਅਸੀਂ ਫੈਸਲਾ ਲਿਆ ਵਾ ਭਈ 32 ਜਥੇਬੰਦੀਆਂ ਨੇ ਪੰਜਾਬ ਦੇ ਲੋਕਾਂ ਨੂੰ ਅੱਜ ਕੱਲ੍ਹ ਪਿੰਡਾਂ ਦੇ ਵਿੱਚ ਇਲੈਕਸ਼ਨ ਦਾ ਬੜਾ ਪ੍ਰਚਾਰ ਹੋ ਰਿਹਾ, ਉਸ ਸੰਬੰਧ ਵਿੱਚ ਅਸੀਂ ਇੱਕ ਠੋਸ ਫੈਸਲਾ ਲਿਆ ਵਾ ਕਿ 32 ਜਥੇਬੰਦੀਆਂ ਨੇ ਪੰਜਾਬ ਦੇ ਲੋਕਾਂ ਨੂੰ ਸੱਦਾ ਦਿੱਤਾ ਕਿ ਮੋਰਚੇ ਨੂੰ ਮਜ਼ਬੂਤ ਕੀਤਾ ਜਾਵੇ ਅਤੇ ਪੰਜਾਬ ਦੇ ਸਮੂਹ ਲੋਕਾਂ ਨੂੰ ਇਹ ਵੀ ਅਪੀਲ ਕੀਤੀ ਆ ਕਿ ਮੋਰਚੇ ਨੂੰ ਕਮਜ਼ੋਰ ਕਰਨ ਲਈ ਚੱਲੀਆਂ ਜਾ ਰਹੀਆਂ ਸਿਆਸੀ ਸਾਜ਼ਿਸ਼ਾਂ ਅਤੇ ਸਿਆਸੀ ਤਾਕਤਾਂ ਤੋਂ ਸਾਵਧਾਨ ਰਿਹਾ ਜਾਵੇ, ਕਿਉਂਕਿ ਪਿੰਡਾਂ ਦੇ ਵਿੱਚ ਇਹੋ ਜਿਹੀਆਂ ਤਾਕਤਾਂ ਜਿਹੜੀਆਂ ਕੰਮ ਕਰ ਰਹੀਆਂ ਨੇ, ਜਿਹੜੀਆਂ ਇਹ ਨਹੀਂ ਚਾਹੁੰਦੀਆਂ ਕਿ ਮੋਰਚੇ ਦੀ ਕਾਮਯਾਬੀ ਹੋਵੇ। ਉਹਨਾਂ ਦਾ ਹਿੱਤ ਹੀ ਇਸ ਗੱਲ 'ਚ ਹੈ ਵੀ ਮੋਰਚਾ ਕਮਜ਼ੋਰ ਹੋਵੇ, ਮੋਰਚਾ ਕੋਈ ਇਸ ਤਰ੍ਹਾਂ ਦਾ ਗੱਲ ਹੋ ਜਾਵੇ। ਪਰ ਅਸੀਂ ਉਹਨਾਂ ਦੀਆਂ ਸਾਜ਼ਿਸ਼ਾਂ ਜਿਹੜੀਆਂ ਲੋਕਾਂ ਨੂੰ ਅਪੀਲ ਕਰਦੇ ਹਾਂ ਕਿ ਉਹ ਉਹਨਾਂ ਨੂੰ ਕਾਮਯਾਬ ਨਹੀਂ ਹੋਣ ਦੇਣਾ। ਇਸੇ ਤਰ੍ਹਾਂ ਮੇਰੇ ਲਾਗੇ ਬੈਠੇ ਆ ਕੁਲਦੀਪ ਸਿੰਘ ਮਜੀਦਪੁਰ, ਸਾਡੇ ਬੜੇ ਯੋਗ ਆਗੂ ਨੇ, ਸੰਯੁਕਤ ਮੋਰਚੇ ਦੇ ਆਗੂ ਆ। ਇਹਨਾਂ ਨੇ ਇਹਨਾਂ ਦੀ ਅਗਵਾਈ ਵਿੱਚ ਇਹਨਾਂ ਦੀ ਜਥੇਬੰਦੀ ਦੁਆਬਾ ਕਿਸਾਨ ਯੂਨੀਅਨ ਪੰਜਾਬ ਆ, ਉਹਦੇ ਵੱਲੋਂ ਮਨੀਸ਼ ਤਿਵਾੜੀ ਦਾ ਨਵਾਂ ਸ਼ਹਿਰ ਦੇ ਲਾਗੇ ਪੁਰ ਅਮਨ ਨਾਲ ਵਿਰੋਧ ਕੀਤਾ ਗਿਆ। ਪ੍ਰਸ਼ਾਸਨ ਵੱਲੋਂ ਇਹ ਸਾਡੇ ਸਾਥੀ ਕੁਲਦੀਪ ਸਿੰਘ ਤੇ ਉਹਨਾਂ ਦੇ ਹੋਰ ਵੀ ਬਹੁਤ ਸਾਰੇ ਕਿਸਾਨ ਕਾਰਕੁਨਾਂ ਵਿਰੁੱਧ ਜਿਹੜੇ ਮੁਕੱਦਮੇ ਬਣਾਏ ਗਏ ਆ, ਉਹਨਾਂ ਦੀ ਅਸੀਂ ਸਖਤ ਨਿਖੇਧੀ ਕਰਦੇ ਹਾਂ, ਕਿਉਂਕਿ ਪੁਰ ਅਮਨ ਵਿਰੋਧ ਕਰਨਾ ਸਾਡਾ ਹੱਕ ਆ। ਇਹਨੂੰ ਸੁਪਰੀਮ ਕੋਰਟਾਂ ਅਦਾਲਤਾਂ ਵੀ ਕਹਿੰਦੀਆਂ ਵੀ ਲੋਕ ਕਰ ਸਕਦੇ ਆ ਆਪਣੀਆਂ ਮੰਗਾਂ ਦੇ ਉੱਤੇ। ਨਾਲ ਹੀ ਅਸੀਂ ਜ਼ੋਰ ਦਿੰਦੇ ਹਾਂ ਵੀ ਇਹਨਾਂ ਦੇ ਉੱਤੇ ਜਿਹੜੇ ਕਥਿਤ ਮੁਕੱਦਮੇ ਬਣਾਏ ਗਏ ਆ ਉਹ ਮੁਕੱਦਮੇ ਵਾਪਸ ਕੀਤੇ ਜਾਣ। ਨਾਲ ਹੀ ਅਸੀਂ ਸਾਥੀ ਸਾਡੇ ਇਹਨਾਂ ਦਾ ਵਿਆਖਿਆ ਕਰਨਗੇ। ਖਾਸ ਕਰਕੇ ਪ੍ਰਸ਼ਾਸਨ ਦੇ ਨਾਲ ਪਰਸੋਂ ਅਸੀਂ ਮਿਲੇ ਸਾਂ, ਉਹ ਪ੍ਰਸ਼ਾਸਨ ਨੂੰ ਅਸੀਂ ਉੱਥੇ 4 ਗੱਲਾਂ ਉਹਦੇ ਧਿਆਨ 'ਚ ਲਿਆਂਦੀਆਂ ਸੀ। ਪਹਿਲਾਂ ਲਿਆਂਦੀ ਵੀ ਟ੍ਰੈਫਿਕ ਜਿਹੜਾ ਵਾ ਉਹ ਪਹਿਲਾਂ ਦੀ ਤਰ੍ਹਾਂ ਅੱਜ ਤੋਂ ਜਿਤਨਾ 3-4 ਮਹੀਨੇ ਪਹਿਲਾਂ ਟ੍ਰੈਫਿਕ ਸੀ ਕਿ ਦਿੱਲੀ ਦੀਆਂ ਗੱਡੀਆਂ ਜਿਹੜੀਆਂ ਉਹ ਪਿੱਛੋਂ ਡਿਵਰਟ ਕੀਤੀਆਂ ਜਾਂਦੀਆਂ ਸਨ, ਉਹ ਅਸੀਂ ਕਹਿੰਦੇ ਹਾਂ ਵੀ ਉਹ ਪਹਿਲਾਂ ਦੀ ਤਰ੍ਹਾਂ ਉਹ ਪ੍ਰਬੰਧ ਜਿਹੜਾ ਬਹਾਲ ਰੱਖਿਆ ਜਾਵੇ। ਇਸੇ ਨਾਲ ਜਿਹੜੀਆਂ ਸੜਕਾਂ ਨੇ ਇੰਨਾ ਬੁਰਾ ਹਾਲਤ ਆ कि मैं एक दिन इतों मीटिंग चों गया
ਤੇ मैं अपनी कुल्ली तक 3.5 घंटे पहुंचे। खब्बे बन्ने एक मौत का खूह आ, वो तुहानूं वेखना चाहिए, ਉਹਦੀ फोटो लैके दृश्य जिहड़ा सारी दुनिया च भेजना चाहिए कि गोडे गोडे तो लैके कई आदमी ਉਹਦੇ च डुब जाते आ, बहुत सारे ट्रक ਉਹਦੇ च डिगे आ। ये अवस्था वा इत्थे सड़कों की बहुत माड़ी अवस्था। नाल ही असीं कहा भी इत्थे सफाई का कोई प्रबंध नहीं, सफाई की जाए क्योंकि सरकार का मुढ़ला फर्ज हुंदा लोगों की सफाई करनी, उन्होंने पानी सप्लाई करना, बिजली जिहड़ी देनी आ, इस तरह होर लोड़ींदियां वस्तां जिहड़ियां सोशल सिक्योरिटी जिहड़ी है सरकारां ने देनी हुंदी है। बिजली का भी इन्नी माड़ी हालत आ क्योंकि असीं मनदे आ भी इत्थे बिजली की लोड़ आ, लोड ज़्यादा वा, असीं आने ट्रांसफार्मर जिहड़े वो वड्डे कीते जाण। इहदे नाल जिहड़ियां तारां ने रोजाना असीं जिहड़े दुध वाले टैंकर आ, होर जिहड़े लोड़ींदा समान लिआउंदे आ, उन्होंने ढगाउण लग्या भी सानू बहुत दिक्कत आउंदी आ। उहदे उत्ते चढ़ के लोग तारां जिहड़ियां वो करके ते फिर उन्होंने लगाउंदे आ। सो इस तरह असीं प्रशासन नूं बहुत कुछ कहा। एक तुहाडे कोलों खास असीं गल करनी चाहुंदे आ भी जिहड़ा इत्थे प्रबंध आ, वो प्रबंध रात नूं इन्ना ढिला हो जांदा अमन कानून दा भी कुछ इत्थे औरतां आउंदियां ने, उन्हां नूं RSS जां BJP वाले भेजदे आ, खास रात के वक्त आण के ते साड़ियां जिहड़ियां हैगियां कुल्लियां बणियां ने उहदे झाती मार के जो अपने आप नूं पेश करन दा यतन करदियां। पर साडे वारे वारे जाइए नौजवानों दे, साडे लोकां दे, उन्हां ने उन्हां नूं उत्थों भजाया भी आ, फड़ के पुलिस दे दित्तियां। इसे तरह कुछ मुंडे RSS BJP वाले साडे भेजदे आ। ये साडे वेखण दी गल है, वो घुसपैठ करके साडे च आ जांदे आ ते घंटे बाद वो ही फिर मनसूई नारे मारते अपने लोगों के विरोधी घरां दे विच जाके उत्थे होर भी कई किस्म के सियासी नारे लाउंदे आ। उहदी भी असीं निंदा करते हैं, प्रशासन को मंग करते हैं ये जिहड़ा साडा डेपूटेशन मिलिया उहदा सारा हल किया जाए। हुण मैं बेनती करूँगा ब्रह्म के नूं भी इत्थे साडी जिहड़ी प्रबंधकी टीम बनी आ उहदा नाम भी दसणगे, नाल करके होर भी कोई गल। सो असी जो 26 जून का प्रोग्राम चंडीगढ़ अंब साहब तो अगे रोस मार्च गवर्नर हाउस में करना, उनके वास्ते एक प्रबंधकी 5 मैंबरी कमेटी तैयार की गई है, जिंदे विच सरदार प्रेम सिंह जी भंगू साहब, हरिंदर सिंह लखोवाल, सुदक्षर सिंह नत्त, परमिंदर सिंह चलाकी, बलवंत सिंह बहराम के। ये प्रबंधकी कमेटी उतों की सारी देख रेख, उतों के प्रबंधों बारे सारा जानू करवाएगी और आगू साहबाना नूं इस तरह अगे ले जाके जो रोस मार्च करके रोस पत्र दिता जाना है, वो सारे 32 के 32 जथेबंदियां के आगू साहबान उस रोस मार्च नूं लीड करके अगे ले जाके रोस पत्र देणगे। मैं हुण बेनती करांगा कुलदीप सिंह जी वजीरपुर, वो अपने विशेष गलबात रखणगे। बहुत ही सत्कारयोग जो इत्थे मीडिया पहुंचया, पहला बहुत बहुत धन्यवाद। ते साडे संयुक्त किसान मोर्चे दे सारे आगू साहिबान, वाहिगुरू जी का खालसा वाहिगुरू जी की फतेह। अज जो विशेष मीटिंग 32 किसान जथेबंदियां दी होई आ, जो भी उन्हां विच एजेंडे पास किए गए आ, वो साडे बहुत ही सत्कारयोग डॉक्टर अजनाला जी ने आप जी नूं दस्सिया। ते वो जो 26 तरीक का अंब साहब मोहाली गुरुद्वारा साहब जो संगतां इकट्ठा होणियां आ, जो पूरे पंजाब दीयां जथेबंदियां ना, जो किसान नौजवान बजुर्ग बच्चे बीबियां उत्थे पहुंचने आ, उन्हां दा रूपरेखा बन चुकी है, एक कमेटी बन चुकी है। सो सारे ही पंजाब वासियां नूं अपील आ कि उस दिन जो अज तो 7-8 महीने पहला असी जो सितंबर विच राजपाल नूं जो मंग पत्र दिता सी इन्हां खेती काले कानूनां दे खिलाफ, राजपाल ने बीजेपी का जो राजपाल आ उन्हें अज तक उसका एक भी जवाब नहीं दिता, क्योंकि उसे रोस की वजह ना असी ये प्रोग्राम 26 जून नूं जो करन जा रहे हैं
ਉਹਨਾਂ ਦਾ ਜੋ ਮਾਰਚ ਕਰਨ ਜਾ ਰਹੇ ਆ, ਰੋਸ ਮਾਰਚ। ਤੇ ਬਾਕੀ ਜੋ ਸਾਡੇ ਏਜੰਡੇ ਅੱਜ ਪਾਸ ਹੋਏ ਆ, ਸਾਡੇ ਆਗੂ ਸਾਹਿਬਾਨਾਂ ਨੇ ਦੱਸ ਦਿੱਤੇ ਆ। ਤੇ ਜੋ ਮੈਂ ਦੱਸਣਾ ਚਾਹੁੰਦਾ ਆ, ਜੋ ਸਾਡੀ ਦੁਆਬਾ ਕਿਸਾਨ ਯੂਨੀਅਨ ਪੰਜਾਬ ਤੇ ਸਾਡੇ ਸ਼ਹੀਦ ਭਗਤ ਸਿੰਘ ਨਗਰ ਦੇ ਜ਼ਿਲ੍ਹੇ ਦੇ ਪਿੰਡਾਂ ਨੇ, ਜੋ ਉਸ ਦਿਨ ਮਨੀਸ਼ ਤਿਵਾੜੀ MP, ਜੋ ਕਾਂਗਰਸ ਦਾ MP ਆ, ਸੈਂਟਰ ਵਿੱਚ ਸੰਸਦ ਵਿੱਚ ਪਾਰਲੀਮੈਂਟ ਜੋ ਹਲਕਾ ਸ਼੍ਰੀ ਅਨੰਦਪੁਰ ਸਾਹਿਬ, ਜੋ ਉਹਨਾਂ ਦਾ ਹਲਕਾ ਆ, ਜੋ ਸਾਡਾ ਆਪਣਾ ਹਲਕਾ ਆ, ਮੈਂ ਵੀ ਉਸੇ ਹਲਕੇ ਨੂੰ ਬਿਲੋਂਗ ਕਰਦਾ, ਜੋ ਉਹਨਾਂ ਨੇ ਪਿੰਡਾਂ ਵਿੱਚ ਦੌਰਾ ਰੱਖਿਆ ਹੋਇਆ ਸੀ। ਕਿਉਂਕਿ ਸੰਯੁਕਤ ਕਿਸਾਨ ਮੋਰਚੇ ਦੇ ਮੈਂ ਆਗੂ, ਜਿਸ ਤਰ੍ਹਾਂ ਸਾਡੇ ਜਨਾਲਾ ਸਾਹਿਬ ਨੇ ਦੱਸ ਦਿੱਤਾ, ਕਿਉਂਕਿ ਮੈਂ ਸੰਯੁਕਤ ਕਿਸਾਨ ਮੋਰਚੇ ਦਾ ਵੀ ਆਗੂ ਹਾਂ ਤੇ 32 ਕਿਸਾਨ ਜਥੇਬੰਦੀਆਂ ਦਾ ਵੀ ਪਾਰਟ ਹਾਂ। ਇਹ ਕਿਸੇ ਨੂੰ ਭਰਮ ਭੁਲੇਖਾ ਨਹੀਂ ਰਹਿਣਾ ਚਾਹੀਦਾ। ਜੋ ਸਾਡੇ ਜ਼ਿਲ੍ਹੇ ਵਿੱਚ ਇੱਕ ਰਾਜਨੀਤਿਕ ਲੋਕਾਂ ਵੱਲੋਂ ਇੱਕ ਭਰਮ ਭੁਲੇਖਾ ਬਹੁਤ ਖੜਾ ਕੀਤਾ ਗਿਆ 2 ਦਿਨਾਂ ਦੇ ਵਿੱਚ, ਕੁਝ ਸਾਡੇ ਜੋ ਮਜਾਰੀ ਟੋਲ ਪਲਾਜੇ ਤੇ ਕੁਝ ਕਿਸਾਨਾਂ ਨੇ, ਮੈਂ ਕਿਸਾਨ ਨਹੀਂ ਉਹਨਾਂ ਨੂੰ ਕਹੂੰਗਾ, ਉਹ ਇੱਕ ਪੋਲੀਟੀਕਲ ਪਲਾਨ ਨਾਲ ਉੱਥੇ ਮੀਟਿੰਗਾਂ ਹੋਈਆਂ, ਕਿਉਂਕਿ ਉਹ ਕਾਂਗਰਸ ਦੇ ਨਾਲ ਸੰਬੰਧਿਤ MP ਸੀ, ਕਾਂਗਰਸ ਨਾਲ ਸੰਬੰਧਿਤ ਬਲਾਚੌਰ ਤੋਂ MLA ਸਾਹਿਬਾਨ ਆ, ਸਾਡੇ ਨਵਾਂ ਸ਼ਹਿਰ ਤੋਂ MLA ਸਾਹਿਬਾਨ ਆ। ਲੋਕਾਂ ਦੇ ਰੋਹ ਅੱਗੇ, ਲੋਕਾਂ ਦੇ ਹੱਕਾਂ ਲਈ ਖੜਨ ਲਈ ਸਾਡੀ ਜਥੇਬੰਦੀ ਦੁਆਬਾ ਕਿਸਾਨ ਯੂਨੀਅਨ ਪੰਜਾਬ ਦਿਨ ਰਾਤ ਕੰਮ ਕਰ ਰਹੀ ਆ। ਤੇ ਜੋ ਉੱਥੋਂ ਦੇ ਮਨੀਸ਼ ਤਿਵਾੜੀ ਦੇ ਵਿਰੋਧ ਦੇ ਸੰਬੰਧ ਵਿੱਚ ਉੱਥੋਂ ਦੇ ਪ੍ਰਸ਼ਾਸਨ ਨੇ ਪਰਚੇ ਦਰਜ ਕੀਤੇ ਆ ਕਿਸਾਨਾਂ ਤੇ, ਸਾਡੇ ਜਥੇਬੰਦੀ ਦੇ ਆਗੂ ਸਾਹਿਬਾਨਾਂ ਤੇ, ਸੰਯੁਕਤ ਕਿਸਾਨ ਮੋਰਚਾ ਉਹਨਾਂ ਦੀ ਸਖਤ ਸ਼ਬਦਾਂ ਵਿੱਚ ਨਿਖੇਧੀ ਕਰਦੀ ਆ ਤੇ ਉਹ ਪਰਚੇ ਵਾਪਸ ਕਰਨ ਦੀ ਮੰਗ ਕਰਦੀ ਆ। ਸੋ ਇੰਨੀਆਂ ਬੇਨਤੀਆਂ ਆ। ਤੇ ਇਹ ਵੀ ਮੈਂ ਦੱਸਣਾ ਚਾਹੁੰਦਾ ਵੀ ਕਿਸਾਨ ਜੋ ਪੰਜਾਬ ਦਾ ਹਰ ਇੱਕ ਵਰਗ ਦਾ ਭਾਈਚਾਰਾ ਆ, ਹਰ ਇੱਕ ਵਰਗ ਦਾ ਇਨਸਾਨ ਆ, ਉਹ ਸੰਯੁਕਤ ਕਿਸਾਨ ਮੋਰਚੇ ਨਾਲ ਜੁੜੋ। ਇਹਨਾਂ ਰਾਜਨੀਤਿਕ ਲੋਕਾਂ ਤੋਂ ਦੂਰੀ ਬਣਾ ਕੇ ਰੱਖੋ, ਕਿਉਂਕਿ ਇਹਨਾਂ ਰਾਜਨੀਤਿਕ ਲੋਕਾਂ ਨੂੰ ਕੇਵਲ ਤੇ ਕੇਵਲ ਆਪਣੀ ਕੁਰਸੀ ਦੀ ਭੁੱਖ ਹੁੰਦੀ ਆ। ਸੋ ਜਿੰਨਾ ਚਿਰ ਇਹ ਸੰਯੁਕਤ ਕਿਸਾਨ ਮੋਰਚਾ ਲੱਗੇ ਹੋਆ ਦਿੱਲੀ ਦੇ ਵੱਖ-ਵੱਖ ਬਾਰਡਰਾਂ ਤੇ, ਇਹਨਾਂ ਰਾਜਨੀਤਿਕ ਲੋਕਾਂ ਤੋਂ ਦੂਰੀ ਬਣਾ ਕੇ ਰੱਖੀ ਜਾਵੇ। ਸੋ ਇੰਨੀਆਂ ਬੇਨਤੀਆਂ ਆ। ਬਾਕੀ ਸਾਡੇ ਬਹੁਤ ਹੀ ਸਤਿਕਾਰਯੋਗ ਜੰਗਵੀਰ ਜੀ, ਉਹ ਅੱਗੇ ਬਾਕੀ ਆਪਣੇ ਵਿਚਾਰ ਦੱਸਣਗੇ। ਧੰਨਵਾਦ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਅੱਜ 32 ਕਿਸਾਨ ਜਥੇਬੰਦੀਆਂ ਦੀ ਇੱਕ ਮੀਟਿੰਗ ਹੋਈ, ਜਿਸ ਦੀ ਪ੍ਰਧਾਨਗੀ ਡਾਕਟਰ ਸਤਨਾਮ ਸਿੰਘ ਅਜਨਾਲਾ ਜੀ ਨੇ ਕੀਤੀ। ਏਜੰਡਿਆਂ ਬਾਰੇ ਆਪ ਸਾਰਿਆਂ ਨੂੰ ਜਾਣੂ ਕਰਵਾਇਆ। 26 ਜੂਨ ਦਾ ਜਿਹੜਾ ਸਾਡਾ ਪ੍ਰੋਗਰਾਮ ਆ, ਉਹਦੇ ਬਾਰੇ ਬਹੁਤ ਹੀ ਵਿਸਤਾਰ ਦੇ ਨਾਲ ਦੱਸਿਆ ਗਿਆ। ਬਾਰ-ਬਾਰ ਉਹਦੇ ਬਾਰੇ ਅਸੀਂ ਨਹੀਂ ਦੱਸਣਾ। ਇੱਕ ਹੀ ਅਪੀਲ ਕਰਨੀ ਆ ਪੰਜਾਬ ਵਾਸੀਆਂ ਨੂੰ ਕਿ ਵੱਡੇ ਕਾਫਲਿਆਂ ਦੇ ਰੂਪ ਦੇ ਵਿੱਚ ਤੁਸੀਂ 26 ਜੂਨ ਨੂੰ 11 ਵਜੇ ਅੰਬ ਸਾਹਿਬ ਪਹੁੰਚੋ ਤੇ ਗਵਰਨਰ ਭਵਨ ਵੱਲ ਅਸੀਂ ਮਾਰਚ ਕਰੀਏ ਤੇ ਉੱਥੇ ਧਰਨਾ ਲਗਾ ਕੇ ਰਾਸ਼ਟਰਪਤੀ ਜੀ ਨੂੰ ਮੰਗ ਪੱਤਰ ਭੇਜੀਏ। ਨਾਲ ਦੀ ਨਾਲ ਪੰਜਾਬ ਦੇ ਲੋਕਾਂ ਨੂੰ ਇੱਕ ਸੱਦਾ ਦਿੱਤਾ ਗਿਆ ਕਿ ਇਹਨਾਂ ਮੋਰਚਿਆਂ ਦੀ ਮਜ਼ਬੂਤੀ ਵਾਸਤੇ ਪਿੰਡਾਂ ਦੇ ਵਿੱਚੋਂ ਕਾਫਲੇ ਬਣਾ ਕੇ ਇਹਨਾਂ ਮੋਰਚਿਆਂ ਤੇ ਪਹੁੰਚੋ, ਤਾਂ ਜੋ ਇਹਨਾਂ ਮੋਰਚਿਆਂ ਨੂੰ ਮਜ਼ਬੂਤ ਕੀਤਾ ਜਾਵੇ। ਨਾਲ ਦੀ ਨਾਲ ਜੋ ਵੀ ਪਿੰਡਾਂ ਦੇ ਵਿੱਚ ਰਾਜਨੀਤਿਕ ਲੋਕਾਂ ਵੱਲੋਂ ਸਾਜ਼ਿਸ਼ਾਂ ਤੇ ਸਿਆਸਤਾਂ ਕਰਕੇ ਸਾਡੇ ਕਿਸਾਨਾਂ ਨੂੰ ਪਾੜਿਆ ਜਾ ਰਿਹਾ, ਇਹਨਾਂ ਮੋਰਚਿਆਂ ਵੱਲ ਆਉਣ ਤੋਂ ਰੋਕਿਆ ਜਾਂਦਾ ਨੂੰ ਨਾਕਾਮ ਕੀਤਾ ਜਾਵੇ ਤੇ ਇਹਨਾਂ ਦੀ ਗੱਲ ਨਾ ਮੰਨਦੇ ਹੋਏ ਆਪਣੇ ਹੱਕਾਂ ਵਾਸਤੇ, ਆਪਣੀ ਜ਼ਮੀਨ ਬਚਾਉਣ ਵਾਸਤੇ ਤੇ ਆਪਣੇ 3 ਬਿੱਲ ਰੱਦ ਕਰਵਾਉਣ ਵਾਸਤੇ ਇਹਨਾਂ ਮੋਰਚਿਆਂ ਦੇ ਵਿੱਚ ਪਹੁੰਚਣਾ ਲਾਜ਼ਮੀ ਬਣਾਇਆ ਜਾਵੇ। ਨਾਲ ਦੀ ਨਾਲ ਅਸੀਂ ਪ੍ਰਸ਼ਾਸਨ ਨੂੰ ਵੀ ਇਹ ਬੇਨਤੀ ਕਰਦੇ ਹਾਂ ਕਿ ਇਸ ਮੋਰਚੇ ਦੇ ਵਿੱਚ ਜਿੰਨੀਆਂ ਵੀ ਸਹੂਲਤਾਂ ਪ੍ਰਸ਼ਾਸਨ ਵੱਲੋਂ ਪਹਿਲਾਂ ਦਿੱਤੀਆਂ ਗਈਆਂ ਸੀ, ਜਿਸ ਤਰ੍ਹਾਂ ਲੈਟਰਿਨਾਂ ਦੀ ਸਹੂਲਤ ਵੀ ਦਿੱਤੀ ਗਈ ਸੀ, ਉਹ ਹੁਣ ਕਾਫੀ ਜਿਹੜੀਆਂ ਲੈਟਰਿਨਾਂ ਉਹਨਾਂ ਨੂੰ ਇੱਥੋਂ ਚੁਕਵਾਇਆ ਗਿਆ ਹੈ। ਬਹੁਤ ਹੀ ਪਰੇਸ਼ਾਨੀ ਆ ਰਹੀ ਹੈ ਅੰਦੋਲਨਕਾਰੀਆਂ ਨੂੰ। ਜਿੰਨੇ ਵੀ ਪਾਣੀ ਦੇ ਟੈਂਕ ਸਨ ਉਹਨਾਂ ਨੂੰ ਵੀ ਬਾਰ-ਬਾਰ ਚੁਕਵਾਇਆ ਜਾ ਰਿਹਾ ਹੈ। ਜਿੱਥੇ ਕਿ ਸੜਕਾਂ ਦੇ ਵਿੱਚ ਪਾਣੀ ਖੜੇ ਹੋਏ ਆ, ਖੱਡੇ ਬਣੇ ਹੋਏ ਆ, ਜੋ ਪ੍ਰਸ਼ਾਸਨ ਦੀ ਜ਼ਿੰਮੇਵਾਰੀ ਬਣਦੀ ਆ, ਅਸੀਂ ਉਹਨਾਂ ਨੂੰ ਬੇਨਤੀ ਕਰਦੇ ਹਾਂ, ਕਿਉਂਕਿ ਪਹਿਲਾਂ ਵੀ ਉਹਨਾਂ ਦੇ ਨਾਲ ਕਾਫੀ ਮੀਟਿੰਗਾਂ ਹੋ ਚੁੱਕੀਆਂ ਤੇ ਹੁਣ ਵੀ ਅਗਲੀਆਂ ਮੀਟਿੰਗਾਂ ਵੀ ਹੋਣਗੀਆਂ ਤੇ ਜਿੰਨੇ ਵੀ ਅੰਦੋਲਨਕਾਰੀ ਆ ਉਹਨਾਂ ਨੂੰ ਪੂਰੀਆਂ ਸਹੂਲਤਾਂ ਜਿਹੜੀਆਂ ਉਪਲਬਧ ਕਰਾਈਆਂ ਜਾਣ ਤੇ ਇਸ ਮੋਰਚੇ ਨੂੰ ਮਜ਼ਬੂਤ ਕੀਤਾ ਜਾਵੇ। ਜਿਸ ਤਰ੍ਹਾਂ ਸਾਰੇ ਪੰਜਾਬ ਦੇ ਲੋਕਾਂ ਦੇ ਵਿੱਚ ਵੀ ਰੋਹ ਆ ਤੇ ਹੋਰ ਸੂਬਿਆਂ ਦੇ ਲੋਕਾਂ ਦੇ ਵਿੱਚ ਵੀ ਰੋਹ ਆ ਰਾਜਨੀਤਿਕ ਲੋਕਾਂ ਨੂੰ ਲੈ ਕੇ, ਕਿਉਂਕਿ ਜਿਨ੍ਹਾਂ ਰਾਜਨੀਤਿਕ ਲੋਕਾਂ ਨੂੰ ਅਸੀਂ MP MLA ਬਣਾ ਕੇ ਵਿਧਾਨ ਸਭਾ ਲੋਕ ਸਭਾ ਦੇ ਵਿੱਚ ਭੇਜਿਆ ਸੀ ਕਿ ਸਾਡੇ ਹੱਕਾਂ ਦੀ ਰਾਖੀ ਕਰਨਗੇ, ਉਹ ਇਸ ਗੱਲ ਤੋਂ ਕਿਨਾਰਾ ਕਰ ਗਏ।
ਉਹ ਆਪਣੇ ਸਾਡੇ ਹੱਕ ਜਿਹੜੇ ਸਾਨੂੰ ਨਹੀਂ ਦਿਵਾ ਸਕੇ ਤੇ ਰੋਸ ਵਜੋਂ ਪਿਛਲੇ 6.5 ਮਹੀਨਿਆਂ ਤੋਂ ਅਸੀਂ ਵੱਖ-ਵੱਖ ਬਾਰਡਰਾਂ ਤੇ ਬੈਠੇ ਹਾਂ। ਲੋਕਾਂ ਦੇ ਵਿੱਚ ਹਾਲੇ ਵੀ ਰੋਹ ਆ, ਹਾਲੇ ਵੀ ਰੋਸ ਆ। ਪਿੰਡਾਂ ਦੇ ਵਿੱਚ ਆਪ ਮਹਾਰੇ ਲੋਕ ਇਹਨਾਂ ਦਾ ਜਿਹੜਾ ਵਿਰੋਧ ਕਰ ਰਹੇ, ਇਸ ਤਰ੍ਹਾਂ ਦਾ ਵਿਰੋਧ ਸ਼ਹੀਦ ਭਗਤ ਸਿੰਘ ਨਗਰ ਦੇ ਵਿੱਚ ਲੋਕਾਂ ਨੇ ਕੀਤਾ। ਪਰ ਸ਼ਾਂਤਮਈ ਵਿਰੋਧ ਜਿਹੜਾ ਕਰਨਾ ਹਰੇਕ ਕਿਸਾਨ ਦਾ ਹੱਕ ਆ। ਉੱਥੇ ਕਿ ਨਾਲ ਦੀ ਨਾਲ ਜਿੱਥੇ ਪ੍ਰਸ਼ਾਸਨ ਵੱਲੋਂ ਇਹਨਾਂ ਕਿਸਾਨਾਂ ਤੇ ਅੰਦੋਲਨਕਾਰੀਆਂ ਤੇ ਪਰਚੇ ਦਰਜ ਕੀਤੇ ਗਏ ਆ, ਅਸੀਂ ਸੰਯੁਕਤ ਕਿਸਾਨ ਮੋਰਚੇ ਵੱਲੋਂ ਇਹਦੀ ਸਖਤ ਨਿੰਦਾ ਕਰਦੇ ਹਾਂ। ਨਾਲ ਦੀ ਨਾਲ ਅਸੀਂ ਪ੍ਰਸ਼ਾਸਨ ਨੂੰ ਇਹ ਗੱਲ ਕਹਿਣੀ ਚਾਹੁੰਦੇ ਹਾਂ ਕਿ ਜਿੰਨੇ ਵੀ ਅੰਦੋਲਨਕਾਰੀਆਂ ਤੇ ਪਰਚੇ ਹੋਏ ਆ ਇਹਨੂੰ ਤੁਰੰਤ ਰੱਦ ਕੀਤਾ ਜਾਵੇ, ਤਾਂ ਜੋ ਇਹ ਜਿਹੜਾ ਭੈ ਆ ਪ੍ਰਸ਼ਾਸਨ ਵੱਲੋਂ ਬਣਾਇਆ ਜਾ ਰਿਹਾ ਕਿ ਕਿਤੇ ਵੀ ਵਿਰੋਧ ਹੋਵੇ ਕਿ ਇਹਨਾਂ ਤੇ ਪਰਚੇ ਦਰਜ ਕਰਕੇ ਤੇ ਇਹਨਾਂ ਨੂੰ ਡਰਾ ਕੇ ਘਰੀ ਬਿਠਾਇਆ ਜਾ ਸਕੇ। ਆਪਣੇ ਮਨ ਦੇ ਵਿੱਚੋਂ ਪ੍ਰਸ਼ਾਸਨ ਤੇ ਸਰਕਾਰ ਭੁਲੇਖਾ ਕੱਢ ਲਵੇ। ਜੇਕਰ ਇਸ ਤਰ੍ਹਾਂ ਦੇ ਉਹਨਾਂ ਨੇ ਪਰਚੇ ਦਰਜ ਕੀਤੇ ਤਾਂ ਆਉਣ ਵਾਲੇ ਦਿਨਾਂ ਦੇ ਵਿੱਚ ਜਿਹੜਾ ਆ ਇਹ ਸੰਘਰਸ਼ ਨੂੰ ਹੋਰ ਵੀ ਤਿੱਖਾ ਕਰਾਂਗੇ, ਹੋਰ ਵੀ ਤੇਜ਼ ਕਰਾਂਗੇ ਤੇ ਜਿੰਨੇ ਵੀ ਪੰਜਾਬ ਤੇ ਬਾਕੀ ਸੂਬਿਆਂ ਦੇ ਸਾਡੇ ਕਿਸਾਨ ਵੀਰ ਆ ਉਹਨਾਂ ਨੂੰ ਬੇਨਤੀ ਕਰਦੇ ਕਿ ਇਹਨਾਂ ਮੋਰਚਿਆਂ ਦੇ ਵਿੱਚ ਵੱਡੀ ਗਿਣਤੀ ਦੇ ਵਿੱਚ ਪਹੁੰਚੋ। ਮੈਂ ਹੁਣ ਬੇਨਤੀ ਕਰਦਾ ਆ ਸਾਡੀ ਭੈਣ ਜੀ ਵਰਿੰਦਰਜੀਤ ਕੌਰ, ਉਹ ਆਪਣੇ ਵਿਚਾਰ ਦੱਸਣਗੇ। ਸਤਿ ਸ਼੍ਰੀ ਅਕਾਲ ਜੀ, ਮੈਂ ਰਵਿੰਦਰਪਾਲ ਕੌਰ, ਜੈ ਕਿਸਾਨ ਅੰਦੋਲਨ ਤੋਂ। ਮੇਰੇ ਸਾਰੇ ਵੀਰਾਂ ਨੇ ਜਿਵੇਂ ਜਿਵੇਂ ਤੁਹਾਡੇ ਅੱਗੇ 26 ਤਰੀਕ ਲਈ ਅਪੀਲ ਕੀਤੀ ਹੈ, ਸੰਯੁਕਤ ਮੋਰਚੇ ਵੱਲੋਂ ਫੈਸਲਾ ਲਿਆ ਗਿਆ ਆ, ਉਹਦੇ ਬਾਰੇ ਵਿੱਚ ਕਹਿੰਦੀ ਹੋਈ ਤੁਹਾਡੇ ਅੱਗੇ ਅਪੀਲ ਕਰਦੇ ਆ ਕਿ ਜੋ ਵੀ ਚੰਡੀਗੜ੍ਹ ਦੇ ਇਲਾਕੇ ਦੇ ਵਿੱਚ ਜੋ ਅੱਜ ਤੱਕ ਸਾਡੇ ਇਸ ਕਿਸਾਨ ਮੋਰਚੇ ਦੇ ਵਿੱਚ ਹਿੱਸਾ ਨਹੀਂ ਪਾ ਸਕੇ, ਜੋ ਬੀਬੀਆਂ ਭੈਣਾਂ ਕਿਸੇ ਮਜਬੂਰੀ ਦੀ ਵਜ੍ਹਾ ਨਾਲ ਜਾਂ ਜੋ ਵੀਰ ਉਹ ਇਸ ਵੇਲੇ ਸਾਡੇ ਇਸ ਮੋਰਚੇ ਦੇ ਵਿੱਚ ਜ਼ਰੂਰ ਲਾਜ਼ਮੀ ਪਹੁੰਚਣ। ਔਰ ਅੱਗੇ ਇਸ ਲਈ ਮੈਂ ਕਹਿੰਦੀ ਹੋਈ ਕਿ ਸਾਨੂੰ ਹੋ ਸਕਦਾ ਅੰਬ ਸਾਹਿਬ ਗੁਰਦੁਆਰੇ ਤੋਂ ਲੈ ਕੇ ਰਾਜ ਭਵਨ ਤੱਕ ਸਾਨੂੰ ਪੈਦਲ ਵੀ ਤੁਰਨਾ ਪਵੇ। ਉਸ ਪੈਦਲ ਯਾਤਰਾ ਦੇ ਵਾਸਤੇ ਤੁਸੀਂ ਸਾਰੇ ਵੀਰਾਂ ਭੈਣਾਂ ਨੇ, ਖਾਸ ਕਰਕੇ ਭੈਣਾਂ ਜੋ ਚੌਂਕਾਂ ਦੇ ਵਿੱਚ ਸਾਡੇ ਸੋਹਣਾ ਸਾਹਿਬ ਗੁਰਦੁਆਰੇ ਕੋਲ ਮਟਕਾ ਚੌਂਕ ਦੇ ਵਿੱਚ ਧਰਨਾ ਦਿੰਦੇ ਰਹੇ ਆ, ਉਹਨਾਂ ਲੋਕਾਂ ਦੇ ਅੱਗੇ ਹੋਰ ਵੀ ਵੱਧ ਆਪਦੇ ਵੀਰਾਂ ਨੂੰ ਬੇਨਤੀ ਕਰਨ ਤੇ ਆਪਦਾ ਪ੍ਰਬੰਧ ਕਰਕੇ ਲੈ ਕੇ ਆਉਣ। ਆਪਦੀ ਪਾਣੀ ਦੀ ਬੋਤਲ ਜਾਂ ਜਿਵੇਂ ਕਿ ਆਪਦੇ ਪੈਰਾਂ ਦੇ ਵਿੱਚ ਬੂਟ, ਹੋ ਸਕਦਾ ਸਾਡੇ ਨਾਲ ਕਿਸੇ ਤਰ੍ਹਾਂ ਦੇ ਵੀ ਹਾਲਾਤ ਅਸੀਂ ਮਤਲਬ ਰਾਜ ਭਵਨ ਤੱਕ ਪਹੁੰਚ ਕਰਨੀ ਹੈ ਤੇ ਉਹਦੇ ਵਾਸਤੇ ਸਾਰੇ ਭੈਣਾਂ ਵੀਰਾਂ ਅੱਗੇ ਅਪੀਲ ਹੈ ਕਿ ਤੁਸੀਂ ਹੁਮ-ਹੁਮਾ ਕੇ ਪਹੁੰਚੋ। ਇਸ ਜੋ ਕਿਸਾਨਾਂ ਦੇ ਜਿਹੜੇ ਬਿੱਲ ਰੱਦ ਕਰਾਉਣ ਵਾਸਤੇ ਜਿਹੜੀ ਆਪਣਾ ਮੋਰਚਾ ਖੋਲਿਆ ਹੋਇਆ ਉਹਨੂੰ ਮਜ਼ਬੂਤੀ ਦੇ ਕਾਰਨ ਆਪਾਂ ਹੋਰ ਵੀ ਇਹ 'ਚ ਹਿੱਸਾ ਪਾਈਏ। ਇੱਕ ਹੋਰ ਬੇਨਤੀ ਕਰਨਾ ਚਾਹੁੰਦੀ ਹਾਂ ਕਿ ਜੋ ਅੱਜ ਕੱਲ ਝੋਨੇ ਦੀ ਬਿਜਾਈ ਚੱਲਦੀ ਪਈ ਆ, ਉਹ ਬਿਜਾਈ ਨੂੰ ਚੱਲਦੀ ਕਰਕੇ ਵੀਰ ਸਾਡੇ ਆਉਂਦੇ ਜਾਂਦੇ ਰਹਿੰਦੇ ਆ। ਭੈਣਾਂ ਅੱਗੇ ਖਾਸ ਕਰਕੇ ਅਪੀਲ ਹੈ, ਬੱਚਿਆਂ ਦੇ ਸਕੂਲ ਬੰਦ ਆ, ਵੱਧ ਤੋਂ ਵੱਧ ਦਿੱਲੀ ਦੇ ਮੋਰਚਿਆਂ ਦੇ ਵਿੱਚ ਤੁਸੀਂ ਆਪਦਾ ਹਿੱਸਾ ਪਾਓ। ਪਿਛਲੇ ਦਿਨਾਂ ਦੇ ਵਿੱਚ ਮੈਨੂੰ ਮੀਟਿੰਗ ਕਰਕੇ ਇੱਥੇ ਇੱਕ ਬੀਬੀਆਂ ਦੇ ਵਾਸਤੇ ਉਹਨਾਂ ਦੀ ਕੋਈ ਵੀ ਪ੍ਰੋਬਲਮ ਆਉਂਦੀ ਹੈ ਉਹਦੇ ਲਈ ਚੁਣਿਆ ਗਿਆ। ਅੱਗੇ ਅਸੀਂ ਇੱਕ ਕਮੇਟੀ ਵੀ ਬਣਾਉਣੀ ਹੈ ਜੋ ਪੰਜਾਬ ਤੇ ਹਰਿਆਣੇ ਨੂੰ ਰਲ ਕੇ ਬਣਾਉਣੀ ਹੈ ਤੇ ਤਿਆਰ ਕਰਾਂਗੇ। ਤੁਹਾਡੀ ਕੋਈ ਵੀ ਬੀਬੀਆਂ ਦੀ ਤਕਲੀਫ ਹੈ ਉਹ ਇੱਥੇ ਹੱਲ ਕੀਤੀ ਜਾਊਗੀ, ਤੁਹਾਨੂੰ ਹਰ ਇੱਕ ਤਰ੍ਹਾਂ ਦੀ ਸਹੂਲਤ ਦਿੱਤੀ ਜਾਊਗੀ। ਇੰਨਾ ਕਹਿੰਦੀ ਹੋਈ ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸਤਿਕਾਰਯੋਗ ਸਾਥੀਓ, ਮੈਂ ਬਹੁਤੀ ਗੱਲ ਤਾਂ ਐਡ ਕਰਨੀ ਨਹੀਂ। ਜੋ ਪ੍ਰੋਗਰਾਮ ਲਿਖਿਆ ਇਹ ਪ੍ਰੋਗਰਾਮ ਦੀ ਮਹਾਨਤਾ ਔਰ ਮਹੱਤਤਾ, ਉਹਦੇ ਬਾਰੇ ਮੈਂ 2 ਸ਼ਬਦ ਕਹਿਣੇ ਨੇ। 26 ਜੂਨ ਦਾ ਦਿਹਾੜਾ ਬਹੁਤ ਮਹੱਤਵਪੂਰਨ ਹੈ। ਇੱਕ ਤਾਂ ਇਹ ਹੈ ਕਿ ਮੋਰਚੇ ਨੂੰ 7 ਮਹੀਨੇ ਹੋਣੇ ਨੇ ਔਰ ਲਗਭਗ ਹੈ ਜਿਹੜੀ ਪਿਛਲੇ ਦਿਨਾਂ ਵਿੱਚ ਮੋਦੀ ਸਰਕਾਰ 7 ਸਾਲ ਪੂਰੇ ਕਰ ਚੁੱਕੀ ਹੈ। 7 ਸਾਲ ਦਾ ਸਮਾਂ ਔਰ ਸਾਡੇ ਮੋਰਚੇ ਦਾ 7 ਮਹੀਨੇ ਦਾ ਸਮਾਂ ਕੰਪੇਅਰ ਕਰਕੇ ਦੇਖੋ ਕਿ 7 ਮਹੀਨਿਆਂ ਦੇ ਅੰਦਰ ਕਿਸਾਨ ਅੰਦੋਲਨ ਨੇ ਦੇਸ਼ ਦੇ ਅੰਦਰ ਬੀਜੇਪੀ ਦੀਆਂ ਜੜ੍ਹਾਂ ਪੁੱਟ ਕੇ ਰੱਖ ਦਿੱਤੀਆਂ। ਬੀਜੇਪੀ ਜ਼ਮੀਨ ਤੋਂ ਉੱਪਰ ਹੈ ਹੁਣ 7 ਮਹੀਨਿਆਂ ਦੇ ਵਿੱਚ 7 ਸਾਲ ਦੀ ਕਮਾਈ ਬੀਜੇਪੀ ਦੀ। ਪਹਿਲੀ ਤਾਂ ਗੱਲ ਇਹ ਹੈ। ਦੂਜੀ, ਇਸ ਪ੍ਰੋਗਰਾਮ ਲਈ ਜਿਹੜਾ ਸਾਰੇ ਦੇਸ਼ ਦੇ ਵਿੱਚ ਰਾਜਪਾਲਾਂ ਦੇ ਦਫ਼ਤਰਾਂ ਅੱਗੇ ਧਰਨੇ ਹੋਣੇ ਨੇ ਔਰ ਉਹਦੇ ਰਾਹੀਂ ਰਾਸ਼ਟਰਪਤੀ ਨੂੰ ਇੱਕ ਰੋਸ ਪੱਤਰ ਜਾਣਾ ਹੈ। ਅਸੀਂ ਮੰਗ ਪੱਤਰ ਨਹੀਂ ਕਿਹਾ, ਮੰਗ ਪੱਤਰ ਬੜੇ ਗਏ ਨੇ, ਰੋਸ ਪੱਤਰ ਜਾਣਾ। ਉਹਦਾ ਕਾਰਨ ਵੀ ਇਹ ਹੈ ਕਿਉਂਕਿ ਰਾਜਪਾਲ ਹੈ ਜਿਹੜਾ ਕੇਂਦਰ ਸਰਕਾਰ ਦਾ ਇੱਕ ਨੁਮਾਇੰਦਾ ਸੂਬਿਆਂ ਦੇ ਵਿੱਚ। ਅੱਜ ਤੱਕ ਅਸੀਂ ਰੇਲ ਪਟੜੀਆਂ ਤੇ ਸੜਕਾਂ ਦੇ ਬਥੇਰੇ ਕੀਤੇ, ਇਹ ਪਹਿਲੀ ਵਾਰੀ ਦੇਸ਼ 'ਚ ਕੀਤਾ ਜਾ ਰਿਹਾ ਹੈ ਤਾਂ ਕਿ ਦੇਸ਼ ਦੇ ਰਾਸ਼ਟਰਪਤੀ ਨੂੰ ਜਿਹੜਾ ਇੱਕ ਕਨਸਟੀਟਿਊਸ਼ਨਲ ਹੈਡ ਹੈ ਦੇਸ਼ ਦਾ, ਉਹਨੂੰ ਉਹਨਾਂ ਰਾਹੀਂ ਇੱਕ ਅਪੀਲ ਕੀਤੀ ਹੈ ਕਿ ਉਹ ਸਿਚੁਏਸ਼ਨ 'ਚ ਇੰਟਰਵੀਨ ਕਰੇ। ਦਿੱਲੀ ਦੀ ਸਰਹੱਦਾਂ ਤੇ ਕਿਸਾਨ 7 ਮਹੀਨਿਆਂ ਤੋਂ ਬੈਠੇ ਨੇ
सरकार टस तो मस नहीं हो रही, किसानों की मंगों को ध्यान नहीं दे रही। राष्ट्रपति कॉन्स्टिट्यूशनल हैड है, वो इंटरवीन करो, दखल देवे। दूजी गल ये 26 जून की होर भी मानता है, क्योंकि इस दिन 25 रात को 11:45 से देश के विच उस वेले की प्रधानमंत्री श्रीमती इंदिरा गांधी ने एमरजेंसी लाई सी, जिहदे विच सारे जमहूरी हक, शहरी आजादियां वो सारिया किस्म के हनन हो गया सी। और जे कह लीए संविधान के जिहड़े फंडामेंटल राइट ने, जिहड़े किते सस्पेंड नहीं, मुअत्तल नहीं अज तक होए, उस एमरजेंसी च मुअत्तल होए सी। तां मैं दावे नाल कह सकदा है कि 7 सालां दे राज दे विच जिहड़ी भारतीय जनता पार्टी का एक अनडिकलेयर्ड एमरजेंसी है देश दे विच, किसी को कोई शांतमई प्रोटेस्ट करन दा, धरना करन दा कोई अधिकार नहीं। सब दे उपर सडिशन के केस, सब दे उपर देशद्रोही के केस, 307 के मुकदमे, ना किसान कोई बख्शे, ना बुद्धिजीवी बख्शे ने जिहड़े 4-4 साल तो जेल੍ਹਾਂ ਦੇ ਵਿੱਚ ने। सो इस दिन असीं ये आवाज बुलंद की है इको स्लोगन दे विच भी खेती भी बचाओ तो लोकतंत्र भी बचाओ। अज संविधान नूं भी खतरा है, डेमोक्रेसी नूं भी खतरा है। सो इहदे लई सारे देश च बहुत वड्डियां तैयारियां चलदियां ने। पंजाब च खास करके पिंड पिंड जलसे, पिंड पिंड मीटिंग्स, पिंड पिंड लामबंदी बहुत वड्डी पद्धर ते हो रही है और बहुत वड्डा जिहड़ा इकट्ठ है अंब साहब गुरुद्वारे होना है। पर साडे वल्लों जिहड़ा प्रोग्राम है टोटल पीसफुल होएगा, शांतमई होएगा, शांतमई ढंग नाल इकट्ठ करके राज भवन वल मार्च करांगे। किसी किस्म की कोई वायलेंस, किसी किस्म का कोई ऐसा नहीं होएगा। सानू राज भवन तक मैनूं उम्मीद है कि भारतीय जनता पार्टी जिहदा यूटी है चंडीगढ़, ਉਹਦੇ ਵਿੱਚ ਉਹਨਾਂ ਦਾ ਰਾਜ है, सेंटर के तहत है, ਉਹ ਕਿਸੇ किस्म का ਜਿਹੜਾ ਸਾਡੇ ਜਮਹੂਰੀ ਹੱਕਾਂ ਦੇ ਵਿੱਚ दखल ना देवे। क्योंकि सुप्रीम कोर्ट ने, हाई कोर्ट ने गल बड़ा सोहना कहा कि प्रोटेस्ट करना, शांतमई रहना, अपने हकों लिए आवाज बुलंद करनी, ये कोई ना टैररिस्ट एक्ट है, ना अतवादी एक्ट है। इसलिए संविधान के विच भी वो है, इसलिए उसकी कदर करते हुए मैं कहांगा इन्हां सरकारां नूं, हाई कोर्ट की, सुप्रीम कोर्ट की कदर करते हुए सारे किसानों नूं शांतमई ढंग नाल राज भवन जाण दी इजाजत देनी चाहिए है, ताकि असीं राज भवन में जाके रोस पत्र दईए जिहड़ा राष्ट्रपति तक पहुंचे। सारे देश दे विच बहुत बड़ा प्रोग्राम है जिहड़ा 7 महीने बाद किया जा रहा है और इस प्रोग्राम की सफलता तुसीं देखोगे एक बहुत विलक्षणता होएगी जिहड़ा पहली बारी किसान जथेबंदियां ने करना है। बहुत धन्यवाद। बहुत बहुत धन्यवाद साडे प्रधान जी ने ते दूजे साथियों ने जिहड़े आउण वाले दिनों का प्रोग्राम है 26 जून का, ਉਹਦੇ बारे विस्तार दे विच दस दिता है कि किस तरह बैक दे विच पहला हालातों दे विच इंदिरा गांधी वालों एमरजेंसी लाई गई ते अज जिहड़े हालात ने वो कोई वक्खरे हालात ने। हुण देश दे विच पिछले 7 सालों तो अणएलानी जिहड़ी एमरजेंसी है वो चल रही है। देश के वख-वख भागां दे विच घट गिनतियां के उपर, बुद्धिजीवियों के उपर बड़े जुल्म कर रही है सरकार। हुण तुसीं किसानां दे जिहड़े धरने चल रहे ने उन्हां नूं लगभग 7 महीने होण जा रहे ने ते इस तो पहला भी 2-2, 3-3 महीने स्टेटां दे विच प्रोटेस्ट होए कि केंद्र सरकार का जिहड़ा रवैया है अपने देश के नागरिकां बारे, किसानां, मजदूरां बारे ते उन्हां नूं दीयां जिहड़ियां मंगां ने वो बड़ा अनडैमोक्रेटिक है ते बड़े फैसले 7 सालां दे विच गैर संविधानक होए। असीं अपणियां मीटिंगां दे विच वार-वार केंद्र सरकार दे मानयोग मंत्री नरेंद्र तोमर जी ने कहता कि जिहड़े कानून आए ने भी ये गैर संविधानक तरीके दे नाल राज्यां दे अधिकारां नूं हनन करके लिआंदे गए है ते इहदे नाल नाल पिछले समय च मजदूरां दे विरोध दे विच जिहड़े 4 कोड लिआंदे गए है वो भी उन्हां दीयां हक्की कानून बने होए सी, बड़े उन्हां नूं तोड़ के लिआंदे गए है। देश दे विच सब तो वड्डा हमला जिहड़ा हो रहा है वो प्रेस की आज़ादी ते हो रहा है। सुप्रीम कोर्ट ते दूजियां लोअर कोर्टां, हाई कोर्टां दीयां बड़े वार टिप्पणियां आ चुकियां देश दे विच बीजेपी सरकार बारे कि किवें वो डेमोक्रेटिक अधिकारां दा जिहड़ा हनन कर रही है। अज देश के हालात ने वो बड़े चिंताजनक बने हुए ने। कल्ले आर्थिक मंगां नूं लैके, आर्थिक मुद्दਿਆਂ नूं लैके जिहड़ी लड़ाई लड़ी जा रही है, कल्ले इस दी गल नहीं, देश का माहौल है जिहड़ा वो बड़ा इस पासे वाल लिजाया जा रहा है कि जिवें देश का जिहड़ा मौजूदा संविधान है उस नूं रद्द करके नवां संविधान लिआउण दी तैयारी की जा रही है। इन्हां हालतां दे विच असीं देश के लोकां नूं अपील करते हैं कि वो 7 महीने होण ते
ਤੇ ਜਿਵੇਂ ਵਿਰੋਧ ਪਹਿਲਾਂ ਸ਼ਾਸਕਾਂ ਦਾ ਕਰਦੇ ਰਹੇ ਹਾਂ ਸਮੇਂ-ਸਮੇਂ ਤੇ ਦੇਸ਼ ਦੇ ਸੁਧਾਰ ਨੂੰ ਬਚਾਉਣ ਦੇ ਵਾਸਤੇ, ਉਸ ਤਰ੍ਹਾਂ ਵਿਰੋਧ ਦੇ ਵਿੱਚ ਉਹਨਾਂ ਨੂੰ ਖੜਨਾ ਚਾਹੀਦਾ ਹੈ। ਅਸੀਂ ਬੁੱਧੀਜੀਵੀਆਂ ਦੀ ਰਿਹਾਈ ਦੀ ਮੰਗ ਕਰਦੇ ਹਾਂ। ਹੋਰ ਲੋਕਾਂ ਦੇ ਜਿਨ੍ਹਾਂ ਦੇ ਗਲਤ ਤਰੀਕਿਆਂ ਦੇ ਨਾਲ ਪਰਚੇ ਪਾਏ ਗਏ, ਅੰਦਰ ਕੀਤਾ ਗਿਆ, ਸਮੇਤ ਕਿਸਾਨ, ਮਜ਼ਦੂਰ, ਵਿਦਿਆਰਥੀ, ਮੁਲਾਜ਼ਮ ਜਿਹੜੇ ਆਪਦੇ ਹੱਕੀ ਮੰਗਾਂ ਵਾਸਤੇ ਪੂਰੇ ਦੇਸ਼ 'ਚ ਲੜ ਰਹੇ ਹੈ, ਅਸੀਂ ਅੱਜ ਸੰਯੁਕਤ ਮੋਰਚਾ ਉਹਨਾਂ ਦੀ ਪਿੱਠ ਤੇ ਖੜਾ ਹੈ। ਇਹਦੇ ਨਾਲ ਮੈਂ ਇੱਕ ਗੱਲ ਹੋਰ ਕਹਿਣੀ ਚਾਹੁੰਦਾ ਹੈ ਕਿ ਬਹੁਤ ਸਾਰੀਆਂ ਸਟੇਟਾਂ ਜਿਨ੍ਹਾਂ ਦੇ ਵਿੱਚ ਆਉਣ ਵਾਲੇ ਦਿਨਾਂ ਦੇ ਵਿੱਚ ਇਲੈਕਸ਼ਨ ਹੋਣ ਜਾ ਰਹੇ ਨੇ, ਉਹਦੇ 'ਚ ਸੰਖੇਪ ਦੇ ਵਿੱਚ ਪ੍ਰਧਾਨ ਜੀ ਨੇ ਭਾਵੇਂ ਰੱਖਤਾ, ਪਰ ਅਸੀਂ ਲੋਕਾਂ ਨੂੰ ਮੈਂ ਅਪੀਲ ਕਰਨੀ ਚਾਹੁੰਦਾ ਵੀ ਪੋਲੀਟੀਕਲ ਪਾਰਟੀਆਂ ਜਿਹੜੀਆਂ ਉਹ ਸਮੇਂ ਤੋਂ ਪਹਿਲਾਂ ਇੱਕ ਰਾਜਨੀਤਿਕ ਮਾਹੌਲ ਬਣਾ ਕੇ ਇਸ ਤਰ੍ਹਾਂ ਦਾ ਲੋਕਾਂ ਦਾ ਧਿਆਨ ਹੈ ਜਿਹੜਾ ਉਹ ਮੋਰਚਾ ਤੋਂ ਪਾਸੇ ਕਰਨਾ ਚਾਹੁੰਦੀਆਂ, ਕਿਉਂਕਿ ਉਹਨਾਂ ਦਾ ਮਤਲਬ ਕੇਵਲ ਤੇ ਕੇਵਲ ਕੁਰਸੀ ਪ੍ਰਾਪਤ ਕਰਨਾ। ਪਰ ਅਸੀਂ ਜਿਹੜੇ ਜਿੰਨੀਆਂ ਕਿਸਾਨ ਜਥੇਬੰਦੀਆਂ, ਸਮੁੱਚਾ ਸੰਯੁਕਤ ਮੋਰਚਾ, ਦੇਸ਼ ਦੇ ਲੋਕ ਜਿਨ੍ਹਾਂ ਦੀ ਨਿਗਾਹ ਸਾਡੀ ਜਿਉਣ ਮਰਨ ਦਾ ਸਵਾਲ ਹੈ, ਇਹ ਖੇਤੀ ਤੇ ਖੇਤੀ ਨਾਲ ਜੁੜਿਆ ਹੋਇਆ ਸਾਰਾ ਅਰਥਚਾਰਾ ਜਿਹਨੂੰ ਬਚਾਉਣ ਵਾਸਤੇ, ਦੇਸ਼ ਦੇ ਸੁਧਾਰ ਨੂੰ ਬਚਾਉਣ ਵਾਸਤੇ ਅਸੀਂ ਲੱਗੇ ਹੋਏ ਹਾਂ। ਸਾਡਾ ਧਿਆਨ ਇੱਧਰ ਹੈ। ਅਸੀਂ ਮੋਰਚੇ ਦੇ ਜਿੱਤਣ ਤੱਕ ਕਿਸੇ ਵੀ ਗੱਲ ਦੇ ਵਿੱਚ ਇਹਨਾਂ ਗੱਲਾਂ ਦੇ ਵਿੱਚ ਨਾ ਆਈਏ। ਮੈਂ ਖਾਸ ਕਰਕੇ ਪੰਜਾਬ ਦੇ ਲੋਕਾਂ ਨੂੰ ਅਪੀਲ ਕਰਨੀ ਚਾਹੁੰਦਾ ਕਿ ਉਹ ਜੋ ਪੋਲੀਟੀਕਲ ਪਾਰਟੀਆਂ ਮਾਹੌਲ ਬਣਾ ਰਹੀਆਂ ਨੇ, ਚਾਹੇ ਉਹ ਕੋਈ ਵੀ ਹੋਵੇ, ਮੈਂ ਇੱਥੇ ਕਿਸੇ ਦਾ ਨਾਂ ਨਹੀਂ ਲਊਂਗਾ, ਸਾਰੀਆਂ ਹੀ ਆਪਣੇ ਆਪਣੇ ਤਰੀਕੇ ਦੇ ਨਾਲ ਲੱਗੀਆਂ ਹੋਈਆਂ ਨੇ। ਕੋਈ ਮੀਡੀਆ ਜਾਂਦੀਆਂ, ਕੋਈ ਲੜਾਈਆਂ ਦਾ ਰੌਲਾ ਪਾ ਕੇ ਕਰ ਰਿਹਾ, ਕੋਈ ਗੱਠਜੋੜਾਂ ਦਾ ਰੌਲਾ ਪਾ ਕੇ ਕਰ ਰਿਹਾ। ਸਾਨੂੰ ਉਹਨਾਂ ਨੂੰ ਦਰਕਨਾਰ ਕਰਨਾ ਚਾਹੀਦਾ ਤੇ ਲੋਕ ਕਰ ਵੀ ਰਹੇ ਆ। ਮੈਂ ਉਹਨਾਂ ਦੀ ਪ੍ਰਸ਼ੰਸਾ ਕਰਦਾ ਵੀ ਜਿਹੜੇ ਥਾਂ ਤੇ ਉਹਨਾਂ ਰਾਜਨੀਤਿਕ ਆਗੂਆਂ ਨੂੰ ਜਿਨ੍ਹਾਂ ਨੇ ਵਾਰੀ ਸੱਤਾ 'ਚ ਆ ਕੇ ਦੇਸ਼ ਦੇ ਲੋਕਾਂ ਨਾਲ, ਪੰਜਾਬ ਦੇ ਲੋਕਾਂ ਨਾਲ ਧੋਖੇ ਕੀਤੇ ਨੇ, ਅੱਜ ਫਿਰ ਉਹੀ ਚੋਰੇ ਕੁਰਸੀ ਸਾਂਭਣ ਵਾਸਤੇ ਅੱਗੇ ਮਾਹੌਲ ਬਣਾ ਕੇ ਸਾਡੇ ਇਸ ਮੋਰਚੇ ਤੋਂ ਲੋਕਾਂ ਦਾ ਧਿਆਨ ਪਰੇ ਕਰਨ ਦੀ ਖਾਤਰ ਇਹ ਸਾਜ਼ਿਸ਼ਾਂ ਕਰ ਰਹੇ ਆ, ਉਹ ਕਾਇਮ ਨਹੀਂ ਹੋਣਗੀਆਂ। ਤੇ ਅਖੀਰ ਦੇ ਵਿੱਚ ਮੈਂ ਲੋਕਾਂ ਨੂੰ ਅਪੀਲ ਕਰਦਾ ਵੀ ਇਹਨਾਂ ਦੀਆਂ ਸਾਜ਼ਿਸ਼ਾਂ 'ਚ ਮਤ ਆਉਣ। ਅਸੀਂ ਮੋਰਚੇ ਨੂੰ ਜਿੱਤ ਗਏ, ਉਸ ਤੋਂ ਬਾਅਦ ਜਦੋਂ ਚੋਣਾਂ ਆਉਣਗੀਆਂ, ਜੋ ਵੀ ਫੈਸਲੇ ਹੋਣਗੇ ਉਹ ਦੇਖੇ ਜਾਣਗੇ। ਹੁਣ ਅਸੀਂ ਬੇਨਤੀ ਕਰਾਂਗੇ ਮ੍ਰਿਗੇਸ਼ ਚੰਦਰ ਜੀ ਨੂੰ, ਉਹ ਆਪਣੇ ਬਿਆਨ ਸਾਂਝੇ ਕਰਨ। ਸਭ ਤੋਂ ਪਹਿਲਾਂ ਤਾਂ ਮੈਂ ਮੀਡੀਆ ਵਾਲੇ ਸਾਥੀਆਂ ਦਾ ਬਹੁਤ ਬਹੁਤ ਧੰਨਵਾਦ ਕਰਦਾ ਹਾਂ। ਦੋਸਤੋ, ਮੇਰੇ ਤੋਂ ਪਹਿਲਾਂ ਮੇਰੇ ਸਾਥੀਆਂ ਨੇ ਬਹੁਤ ਗੱਲਾਂ ਦੱਸ ਦਿੱਤੀਆਂ। ਮੈਂ ਹੁਣ ਤੁਹਾਨੂੰ ਦੱਸਣਾ ਚਾਹੁੰਦਾ ਵੀ ਜਿਹੜੇ 5 ਜੂਨ ਨੂੰ 2020 ਨੂੰ ਇਹਨੀ ਕਾਲੇ ਕਾਨੂੰਨ ਜਿੱਥੇ ਕੇਂਦਰ ਸਰਕਾਰ ਨੇ, ਬੀਜੇਪੀ ਦੀ ਸਰਕਾਰ ਨੇ ਲੈ ਕੇ ਆਈ ਸੀ, ਉੱਥੇ ਜਿਹੜੀਆਂ ਸਾਡੀਆਂ ਵਿਰੋਧੀ ਪਾਰਟੀਆਂ ਵੀ ਉੱਥੇ ਬੈਠੀਆਂ ਸਰਕਾਰ ਤੋਂ ਬਾਹਰ, ਉਹਨਾਂ ਦਾ ਵੀ ਪੂਰਾ ਯੋਗਦਾਨ ਹੈ। ਜੇ ਉਹ ਆਪਣਾ ਸਹੀ ਰੋਲ ਵਿਰੋਧੀ ਧਿਰਾਂ ਨਿਭਾਉਂਦੀਆਂ ਤਾਂ ਇਹ ਕਾਨੂੰਨ ਜਿਹੜੇ ਸੀ ਲਾਗੂ ਨਹੀਂ ਹੋ ਸਕਦੇ ਸੀ। ਉਹਦੇ ਕਰਕੇ ਹੀ ਅੱਜ ਇਹਨਾਂ ਦਾ ਹਰ ਜਗ੍ਹਾ ਹਰੇਕ ਪਾਰਟੀ ਦੇ ਆਗੂਆਂ ਦਾ ਵਿਦਰੋਹ ਹੋ ਰਿਹਾ ਆ, ਜਿਹਦੇ ਕਰਕੇ ਕੱਲ ਨਵੇਂ ਸ਼ਹਿਰ 'ਚ ਸ਼ਹੀਦ ਭਗਤ ਸਿੰਘ ਨਗਰ ਦੇ ਵਿੱਚ ਉੱਥੇ ਮਨੀਸ਼ ਤਿਵਾੜੀ ਜੀ ਦਾ, ਸਾਡੇ ਸੰਯੁਕਤ ਮੋਰਚੇ ਦੇ ਮੈਂਬਰ ਕੁਲਦੀਪ ਸਿੰਘ ਵਜੀਦਪੁਰ ਜੀ ਦੀ ਅਗਵਾਈ ਦੇ ਵਿੱਚ ਵਿਦਰੋਹ ਹੋਇਆ। ਉਹਦੇ ਵਿੱਚ ਉੱਥੇ ਪਰਚੇ ਵੀ ਕਿਸਾਨਾਂ ਦੇ ਕੀਤੇ ਗਏ, ਬਹੁਤ ਧੱਕਾ ਵੀ ਕੀਤਾ ਗਿਆ। ਹਾਲਾਂਕਿ ਪੂਰੀ ਤਰ੍ਹਾਂ ਸ਼ਾਂਤੀਪੂਰਵਕ ਤਰੀਕੇ ਨਾਲ ਵਿਦਰੋਹ ਕੀਤਾ ਗਿਆ। ਮੈਂ ਪੰਜਾਬ ਦੇ ਲੋਕਾਂ ਨੂੰ ਅਪੀਲ ਕਰਨਾ ਚਾਹੁੰਦਾ, ਇਹ ਸਿਆਸੀ ਲੋਕਾਂ ਨੇ ਆਪਣੇ ਸਿਆਸੀ ਜਾਲ ਬੁਣਨੇ ਸ਼ੁਰੂ ਕਰਤੇ ਆ। ਸਾਨੂੰ ਇਹਨਾਂ ਸਿਆਸੀ ਚਾਲਾਂ ਤੋਂ ਬਚਣਾ ਚਾਹੀਦਾ ਆ। ਅੱਜ ਸਾਡਾ ਧਿਆਨ ਆਪਣਾ ਇੱਕੋ ਹੀ ਹੋਣਾ ਚਾਹੀਦਾ ਵੀ ਆਪਾਂ ਜਿਹੜਾ ਇਹ ਅੰਦੋਲਨ ਆ ਜਿੱਤਣਾ ਆ। ਪੰਜਾਬ ਦਾ ਜਿਹੜਾ ਕਿਸਾਨ ਆ, ਇਹ ਆਪਣੀ ਖੇਤੀ, ਆਪਣੇ ਬੱਚਿਆਂ ਦਾ ਭਵਿੱਖ ਸਾਰਾ ਕੁਝ ਬਚਾ ਸਕੇ। ਬਾਕੀ ਦੂਜੀ ਗੱਲ ਰਹੀ ਜੀ ਇੱਥੇ ਦੇ ਪ੍ਰਬੰਧਾਂ ਦੀ, ਇਹ ਜਮਹੂਰੀ ਹੱਕ ਆ ਵੀ ਜਿੱਥੇ ਵੀ ਕਿਤੇ ਅੰਦੋਲਨ ਹੁੰਦਾ, ਧਰਨਾ ਲੱਗਦਾ, ਉੱਥੇ ਸਰਕਾਰ ਨੇ ਉਹਨਾਂ ਨੂੰ ਪਾਣੀ ਦਾ, ਬਿਜਲੀ ਦਾ, ਸਫਾਈ ਦਾ ਸਾਰਾ ਪ੍ਰਬੰਧ ਕਰਨਾ ਹੁੰਦਾ ਸੀ। 7 ਮਹੀਨੇ ਹੋ ਚੱਲੇ ਆ, ਇੱਥੇ ਕਿਸੇ ਤਰ੍ਹਾਂ ਦਾ ਪ੍ਰਬੰਧ ਨਹੀਂ। ਕੇਂਦਰ ਸਰਕਾਰ ਵੱਲੋਂ ਜਾਂ RSS ਵੱਲੋਂ ਕਹਿ ਲਈਏ, ਇਹਨੂੰ ਖੰਡੇੜਨ ਦੇ ਲਈ ਆਏ ਦਿਨ ਕੋਈ ਨਾ ਕੋਈ ਕੋਝੀਆਂ ਚਾਲਾਂ ਚੱਲਦੀ ਆ। ਹੁਣ ਇੱਥੇ ਇੱਕ ਲੋਕਲ ਸਾਡੇ ਲੋਕ ਜਿਹੜੇ ਪਹਿਲੇ ਦਿਨ ਤੋਂ ਸਾਡੇ ਨਾਲ ਮੋਢੇ ਦੇ ਨਾਲ ਮੋਢਾ ਲਾ ਕੇ ਖੜੇ ਆ, ਉਹਨਾਂ ਦੇ ਨਾਲ ਕੋਈ ਗਲਤ ਫਹਿਮੀਆਂ ਫੈਲਾਉਣ ਲਈ ਰੋਜ਼ ਆਏ ਨਾ ਦਿਨ ਨਵੀਆਂ ਸਾਜ਼ਿਸ਼ਾਂ ਰਚੀਆਂ ਜਾ ਰਹੀਆਂ। ਪਰ ਉਹ ਲੋਕਾਂ ਦਾ ਸਾਡਾ ਇੱਕ ਦੂਜੇ ਤੇ ਪੂਰਾ ਵਿਸ਼ਵਾਸ ਆ, ਸਾਡਾ ਸਾਥ ਦਿੰਦੇ ਆ, ਤੇ ਉਹ ਜਿਹੜੀਆਂ ਕੇਂਦਰ ਦੀਆਂ ਇਦਾਂ ਦੀਆਂ ਚਾਲਾਂ ਉਹ ਕਾਮਯਾਬ ਨਹੀਂ ਹੋਣਗੀਆਂ। ਤਾਂ ਮੈਂ ਇੱਕ ਵਾਰੀ ਫਿਰ ਤੁਹਾਡੇ ਮਾਧਿਅਮ ਨਾਲ ਸਾਰੇ ਪੰਜਾਬ ਦੇ ਲੋਕਾਂ ਨੂੰ ਅਪੀਲ ਕਰਦਾ ਵੀ 26 ਜੂਨ ਨੂੰ ਆਪਾਂ ਸਾਰੇ ਇਕੱਠੇ ਹੋ ਕੇ ਚੰਡੀਗੜ੍ਹ ਪਹੁੰਚੀਏ। ਗੁਰਦੁਆਰਾ ਅੰਬਗੜ੍ਹ ਸਾਹਿਬ ਤੋਂ 11 ਵਜੇ ਆਪਾਂ ਉੱਥੋਂ ਚੱਲੀਏ ਤੇ ਆਪਾਂ ਗਵਰਨਰ ਹਾਊਸ ਪਹੁੰਚ ਕੇ ਉਹਨਾਂ ਨੂੰ ਮੰਗ ਪੱਤਰ ਰਾਸ਼ਟਰਪਤੀ ਦੇ ਨਾਮ ਦੇ ਸਕੀਏ। ਹੁਣ ਮੈਂ ਬੇਨਤੀ ਕਰੂੰਗਾ ਸਾਡੇ ਸਭ ਤੋਂ ਸੀਨੀਅਰ ਆਗੂ ਸਰਦਾਰ ਸਤਨਾਮ ਸਿੰਘ ਬਹਿਰੂ ਜੀ, ਉਹ ਵੀ ਆਪਣੇ ਵਿਚਾਰ ਰੱਖਣ ਜੀ। ਬਹੁਤ ਬਹੁਤ ਮਿਹਰਬਾਨੀ। ਬਹੁਤ ਲੰਮਾ ਟਾਈਮ ਆ ਤੁਹਾਡਾ ਅਸੀਂ ਲੈ ਲਿਆ। ਮੈਂ ਤਾਂ 1-2 ਮਿੰਟ 'ਚ ਹੀ ਤੁਹਾਡੀ ਹਾਲਤੀ ਹਾਜ਼ਰੀ ਲਵਾਉਣਾ ਚਾਹੁੰਦਾ ਵਾ। ਗੱਲ ਨਰਿੰਦਰ ਮੋਦੀ ਦੀ ਨਹੀਂ, ਪੂਰੇ ਦੇਸ਼ ਦੇ ਹਿੱਤ ਜੁੜੇ ਨੇ ਔਰ ਕਿਸਾਨ ਦੇ ਹਿੱਤ ਦੇ ਨਾਲ ਨਾਲ ਪੂਰਾ ਦੇਸ਼ ਦੇ ਸੰਵਿਧਾਨ ਨੂੰ ਜਿੱਥੇ ਖਤਰਾ ਪੈਦਾ ਹੋ ਗਿਆ। ਮੈਂ ਇਸ ਲੰਮੀ ਲੜਾਈ ਦੇ ਵਿੱਚ ਟਾਈਮ ਨਹੀਂ ਗਵਾਉਣਾ ਚਾਹੁੰਦਾ। ਮੈਂ
ਸਿਰਫ ਤੇ ਸਿਰਫ ਪੰਜਾਬ ਵਿੱਚ ਜਿਹੜੇ ਆਉਣ ਵਾਲਾ ਭਵਿੱਖ ਹੈ ਸਾਡਾ, ਉਹਨਾਂ ਲੋਕਾਂ ਨੂੰ ਪੰਜਾਬ ਦੀਆਂ ਸਾਰੀਆਂ ਰਾਜਨੀਤਿਕ ਪਾਰਟੀਆਂ ਨੂੰ ਸੰਯੁਕਤ ਕਿਸਾਨ ਮੋਰਚੇ ਵੱਲੋਂ ਸਲਾਹ ਦੇਣੀ ਚਾਹੁੰਦਾ ਵਾ। ਅਪੀਲ ਨਹੀਂ, ਸਲਾਹ। 8 ਮਹੀਨੇ ਤੋਂ ਵੱਧ ਵਿਧਾਨ ਸਭਾ ਚੋਣਾਂ ਹੋਣੀਆਂ ਨੇ। ਅੱਜ ਤੋਂ ਕਿਰਪਾ ਕਰਨ, ਜੇ ਇਸ ਕਿਸਾਨ ਮੋਰਚੇ ਦਾ ਰਤਾ ਵੀ ਉਹਨਾਂ ਨੂੰ ਦਰਦ ਹੈ, ਤਾਂ ਜਿਹੜਾ ਰਾਜਨੀਤਿਕ ਖਿਲਾਰਾ ਇਹਨਾਂ ਸ਼ੁਰੂ ਕੀਤਾ ਪੰਜਾਬ ਵਿੱਚ, ਉਹਨੂੰ ਬੰਦ ਕਰਨਾ ਚਾਹੀਦਾ। ਔਰ ਇਸ ਮੋਰਚੇ ਵਿੱਚ ਜਿਹੜੀਆਂ ਕੋਈ ਰਾਜਨੀਤਿਕ ਪਾਰਟੀਆਂ ਜਾਂ ਬੁੱਧੀਜੀਵੀ ਜਿਨ੍ਹਾਂ ਨੇ ਕੋਈ ਸਾਡਾ ਅੰਦਰੋਂ ਤੇ ਬਾਹਰੋਂ ਇੱਕ ਹੋ ਕੇ ਸਾਥ ਦਿੱਤਾ, ਅਸੀਂ ਕੋਈ ਕਿਰਤਕਾਰ ਲੋਕ ਨਹੀਂ ਹੈਗੇ। ਸਾਨੂੰ ਸਾਰਾ ਪਤਾ ਹੈ ਕੌਣ ਲੋਕ ਨੇ, ਕਿਹਨਾਂ ਨੇ ਸਾਡੇ ਬਾਰੇ ਕੀ ਕੀਤਾ, ਕੀ ਕਰਨਾ ਚਾਹੁੰਦੇ ਨੇ। ਮੈਂ ਸੁਨਿਵਰ ਬੇਨਤੀ ਇਹੀ ਕਰਨਾ ਚਾਹਣਾ ਵਾ ਵੀ ਜਿਹੜੇ ਐਮਪੀਆਂ ਦਾ ਇੱਕ ਐਮਪੀ ਤੋਂ ਸ਼ੁਰੂ ਕਿਉਂ ਕੀਤਾ, ਸਰਦਾਰ ਕੁਲਦੀਪ ਸਿੰਘ ਵਜੀਦਪੁਰ ਨੇ, ਉਹ ਵਜ੍ਹਾ ਇਹ ਆ ਵੀ ਸਾਨੂੰ ਐਮਪੀਆਂ ਤੇ ਵੱਧ ਗਿਲਾ ਹੈ। ਦੇਸ਼ ਦੀ ਜੋ ਵੀ ਨੀਤੀ ਬਣਦੀ, ਜੋ ਵੀ ਕਾਨੂੰਨ ਬਣਦੇ ਨੇ, ਪਾਰਲੀਮੈਂਟ 'ਚ ਬਣਦੇ ਨੇ। ਔਰ ਜੇ 13 ਐਮਪੀ ਪੰਜਾਬ ਦੇ ਡਟ ਕੇ ਸਾਡੀ ਪਿੱਠ ਤੇ ਖਲੋ ਜਾਂਦੇ ਤੇ ਸ਼ਾਇਦ ਸਾਨੂੰ ਆਹ ਦਿਨ, ਆਹ ਹਾਲਾਤਾਂ ਦਾ ਮੁਕਾਬਲਾ ਨਾ ਕਰਨਾ ਪੈਂਦਾ। ਸੋ ਇਹਨਾਂ ਕੱਲਿਆਂ ਨੇ ਕੀਤਾ, ਜਨਤਾ ਨਹੀਂ ਚਾਹੁੰਦੀ। ਅੱਜ ਵੀ ਪੰਜਾਬ ਤੋਂ ਖਬਰਾਂ ਆ ਰਹੀਆਂ ਨੇ, ਬਹੁਤ ਸਾਰੀਆਂ ਰਾਜਨੀਤਿਕ ਪਾਰਟੀਆਂ ਦਾ ਅੱਜ ਵੀ ਕਾਲੀਆਂ ਝੰਡੀਆਂ ਨਾਲ ਵਿਰੋਧ ਪਿੰਡਾਂ ਵਿੱਚ ਸ਼ੁਰੂ ਹੋਇਆ ਹੈ। ਸੋ ਮੈਂ ਉਹਨਾਂ ਦੇ ਹਿੱਤ ਦੀ ਗੱਲ ਕਰਨਾ ਚਾਹੁੰਦਾ ਵਾ। ਰਾਜਨੀਤਿਕ ਪਾਰਟੀਆਂ ਭਾਵੇਂ ਉਹ ਝਾੜੂ ਵਾਲੇ ਨੇ, ਕਾਂਗਰਸ ਵਾਲੇ ਨੇ, ਬਾਦਲ ਵਾਲੇ ਨੇ, ਕਿਰਪਾ ਕਰਕੇ 3 ਮਹੀਨੇ ਛੁੱਟੀ ਮਨਾ ਲੈਣ। ਤੁਹਾਡੇ ਕੋਲ ਬਹੁਤ ਪੈਸਾ ਹੈ, ਸਾਡਾ ਖੂਨ ਤੁਸੀਂ ਨਿਚੋੜ ਦਿਆ, ਛੁੱਟੀਆਂ ਮਨਾਵੋ, ਸਾਨੂੰ ਅੰਦੋਲਨ ਕਰਨ ਦਿਓ, ਅੰਦੋਲਨ ਜਿੱਤ ਲੈਣ ਦਿਓ, ਫਿਰ ਪੰਜਾਬ ਦੇ ਲੋਕ ਵਧੀਆ ਫੈਸਲਾ, ਜਿਹੜੀ ਧਿਰ ਨੂੰ ਚੰਗਾ ਲੱਗਾ ਉਹਨੂੰ ਵੋਟਾਂ ਪਾ ਦੇਣਗੇ। ਸੋ ਆਹ ਜਿਹੜਾ ਰਾਜਨੀਤਿਕ ਖਿਲਾਰਾ ਹੈ, ਇਹਦੇ ਤੇ ਅਸੀਂ ਬਾਜ਼ ਅੱਖ ਰੱਖਦੇ ਹਾਂ। ਔਰ ਤਾਂ ਹੀ ਅੱਜ ਖਬਰਦਾਰ ਕੀਤਾ ਹੈ, ਪਿੰਡਾਂ ਦੇ ਲੋਕਾਂ ਨੂੰ ਸੁਚੇਤ ਕੀਤਾ ਹੈ, ਇਹਨਾਂ ਦੀਆਂ ਲੁੰਬੜ ਚਾਲਾਂ ਤੋਂ ਬਚੋ ਔਰ ਇਸ ਮੋਰਚੇ ਵੱਲੋਂ ਵਹੀਰਾਂ ਕੱਢੋ। ਔਰ 26 ਜਿਹੜਾ ਆਪਣੇ ਮਾਰਚ ਹੈ, ਇਹ ਇਤਿਹਾਸਕ ਦਿਨ ਬਹੁਤ ਸਾਰੇ ਬੁਲਾਰਿਆਂ ਨੂੰ ਦੱਸਤਾ। ਮੈਂ ਸਮਝਣਾ ਮੀਡੀਆ ਦੀ ਕਦਰ ਕਰਦਾ ਔਰ ਮੀਡੀਆ ਦੇ ਟਾਈਮ ਨੂੰ ਵਾਚਦਿਆਂ ਹੋਇਆਂ ਤੁਸੀਂ ਕੋਈ ਸਵਾਲ ਜਵਾਬ ਸਾਡੇ ਲੀਡਰਾਂ ਤੋਂ ਕਰਨਾ ਹੋਵੇਗਾ, ਉਹ ਕਰੋ। ਸੋ ਮੈਂ ਤਕਰੀਬਨ ਇੱਕੋ ਹੀ ਬੇਨਤੀ ਪੰਜਾਬ ਦੀਆਂ ਵਿਸ਼ੇਸ਼ ਕਰਕੇ ਰਾਜਨੀਤਿਕ ਪਾਰਟੀਆਂ ਨੂੰ ਕੀਤੀ ਹੈ, ਰਾਜਨੀਤਿਕ ਖਿਲਾਰਾ ਹੁਣ ਸ਼ੋਭਾ ਤੁਹਾਨੂੰ ਨਹੀਂ ਦੇਵੇਗਾ, ਉਹਨੂੰ ਥੋੜਾ ਜਿਹਾ ਬੰਦ ਕਰੋ, ਫਿਰ ਅੱਗੇ ਵੇਖਾਂਗੇ ਮੋਰਚਾ ਜਿੱਤ ਕੇ ਪੰਜਾਬੀਆਂ ਨੇ ਕੀ ਕਰਨਾ ਹੈ। ਸੋ ਮੈਂ ਤੁਹਾਡਾ ਔਰ ਪੰਜਾਬ ਦੇ ਕਿਸਾਨਾਂ ਦਾ, ਦੇਸ਼ ਦੇ ਕਿਸਾਨਾਂ ਦਾ ਧੰਨਵਾਦ ਕਰਕੇ, ਸਾਨੂੰ ਰੱਬ ਜੀ ਦਾ ਵਿਸ਼ਵਾਸ ਹੈ ਕਿਸਾਨਾਂ ਤੇ, ਜਨਤਾ ਤੇ। ਜਿਸ ਤਰ੍ਹਾਂ ਵਿਸ਼ਵਾਸ ਲੈ ਕੇ ਅਸੀਂ ਤੁਹਾਨੂੰ ਲੈ ਕੇ ਇੱਥੇ ਆਏ ਹਾਂ, ਉਸੇ ਤਰ੍ਹਾਂ ਵਿਸ਼ਵਾਸ ਜਿੱਤ ਕੇ ਤੁਹਾਨੂੰ ਇੱਥੋਂ ਲੈ ਕੇ ਜਾਵਾਂਗੇ। ਸੋ ਤੁਸੀਂ ਸਮੇਂ-ਸਮੇਂ ਜਿਹੜੀ ਕਾਰ ਸੰਯੁਕਤ ਕਿਸਾਨ ਮੋਰਚੇ ਵੱਲੋਂ ਇੱਥੋਂ ਮਿਲੀ ਦਫ਼ਤਰ ਤੋਂ, ਉਹਦੇ ਤੇ ਤੁਸੀਂ ਫੁੱਲ ਚੜਾਏ। ਔਰ 26 ਜੋ ਜੂਨ ਹੈ, ਉਹ ਇੱਕ ਇਤਿਹਾਸ ਦੇ ਵਿੱਚ ਸੁਨਹਿਰੀ ਅੱਖਰਾਂ ਨਾਲ ਪੇਸ਼ ਹੋਵੇਗੀ। ਕਿਉਂਕਿ ਚੰਡੀਗੜ੍ਹ ਦੀ ਜੇ ਮੈਂ ਗੱਲ ਕਰਾਂ, ਉਸ ਰਾਜਧਾਨੀ ਦੇ ਵਿੱਚ 2 ਰਾਜਪਾਲ ਬੈਠੇ ਨੇ। ਇੱਕ ਰਾਜਪਾਲ ਨੂੰ ਮਿਲਣ ਜਾਣਾ ਹੈ ਰੋਸ ਮਾਰਚ ਕਰਕੇ ਹਰਿਆਣੇ ਵਾਲਿਆਂ, ਇੱਕ ਰੋਸ ਮਾਰਚ ਕਰਕੇ ਜਾਣਾ ਹੈ ਪੰਜਾਬ ਦੇ ਰਾਜਪਾਲ ਕੋਲ। ਸੋ ਉਹ ਦਿਨ ਇੱਕ ਬੜਾ ਸੁਨਹਿਰੀ ਦਿਨ ਹੈ। ਉਹ ਮੇਰਾ ਖਿਆਲ ਹੈ ਉੱਥੇ ਸਾਰੇ ਪੰਜਾਬ ਦੇ, ਹਰਿਆਣੇ ਦੇ ਔਰ ਦੂਜੇ ਸੂਬਿਆਂ ਦੇ ਲੋਕ ਆਪੋ ਆਪਣੇ ਰਾਜਪਾਲਾਂ ਤੱਕ ਪਹੁੰਚ ਕੇ ਆਪਣੀਆਂ ਭਾਵਨਾਵਾਂ ਉਹਨਾਂ ਨਾਲ ਸਾਂਝੀਆਂ ਕਰਨਗੇ। ਔਰ ਪ੍ਰਧਾਨ ਮੰਤਰੀਆਂ ਜਿਹੜੀ ਬੀਜੇਪੀ ਦੀ ਲੋਕ ਵਿਰੋਧੀ, ਦੇਸ਼ ਵਿਰੋਧੀ ਨੀਤੀ ਹੈ, ਆਪਣੇ ਜਿਹੜਾ ਅਸੀਂ ਨਾਅਰਾ ਦਿੱਤਾ ਕਿਸਾਨ ਬਚਾਓ, ਸੰਵਿਧਾਨ ਬਚਾਓ, ਇਹਦੇ ਉੱਤੇ ਫੁੱਲ ਸਾਰੇ ਦੇਸ਼ ਦੇ ਲੋਕ ਚੜਾਉਣਗੇ। ਸੋ ਬਹੁਤ ਬਹੁਤ ਤੁਹਾਡੇ ਮੀਡੀਆ ਵਾਲਿਆਂ ਦੀ ਧੰਨਵਾਦ। ਸੰਯੁਕਤ ਕਿਸਾਨ ਮੋਰਚੇ साथियों, कोई ऐसा सवाल, कोई तारे सुझाव भी जो को देना चाहो दे सकते हो। 30 तारीख को महापंचायत हो रही है क्षेत्रवासियों की, इसको लेकर एक रोड की खाली करने की मांग है। और दूसरा जो यहाँ पर मारपीट हो रही है 20 तारीख को महापंचायत है, जो आसपास के किसान है, जो गाँव है, उनके साथ कोई बातचीत आपकी जारी की है? हाँ, देखो असी 19 तरीक को 2 बजे रखी है, जहाँ एक मीटिंग रखी है ना, आस पास के जो गाँव हैं, मेरे को 40 गाँव हैं, 40 38 हरियाणा के हैं, 12 जो वो दिल्ली के गाँव। उनके साथ हमारी बड़ी नियरता है, गूढ़ता है, उनके दुख का सामना हमें पता है, वो हमारे बिल्कुल साथ हैं
कुछ लोग होते भी हैं जो बीजेपी वाले हैं, कोई ऐसे सरपंच या वो वैसी वो गल करते, वैसे वो ठीक नहीं है। असं जो लागों के पिंडा के लोग क्या उनको सुविधा देते हैं, वो हमारी सुविधा देते हैं, दूध लेके आते हैं, सो असी उन्होंने आवाजाही लिए सहूलत देते हैं और भी उनके को बहुत सारिया गल्लां असी मानते हैं। कोई शॉपकीपर है उनको असी बड़ा पूरा सहयोग करते हैं, तो ऐसी वैसी कोई बात नहीं। कोई और साथी जी? आज टिकरी बॉर्डर पर एक किसान को जिंदा जलाया है, उसकी मृत्यु हो चुकी है। ਸਾਡੇ ਕੋਲ ਰਿਪੋਰਟ ਤੇ ਆਈ ਹੈ ਵੀ ਉੱਥੇ ਅੱਗ ਕਿਸਾਨ ਨੂੰ ਇਹ ਅਜੇ ਦਰਿਆਫਤ ਨਹੀਂ ਹੋਇਆ, ਕਿਉਂਕਿ ਅਸੀਂ ਮੀਟਿੰਗ ਦੇ ਵਿੱਚ ਤਾਂ ਉੱਥੇ ਸਾਡੀ ਕੋਈ ਇੰਨੀ ਰਿਪੋਰਟ ਹੋ ਗਈ ਆ ਕਿ ਉਹ ਕਿਸਾਨ ਨੂੰ ਅੱਗ ਲੱਗੀ ਆ। ਅੱਗੇ ਪਤਾ ਨਹੀਂ ਕਿ ਉਹਨੂੰ ਹਸਪਤਾਲ ਤੇ ਲੈ ਗਏ ਉਸੇ ਵੇਲੇ, ਉਸ ਤੋਂ ਬਾਅਦ ਸਾਨੂੰ ਅਜੇ पता नहीं। जो भी क्षेत्र काफ़ी बड़ा है, सोनीपत में फैक्ट्री एरिया काफ़ी है, और जो कुंडली क्षेत्र है वो जो भी क्षेत्र है जहाँ से फैक्ट्री अप्लाई कर चुकी है, वो भी इसमें 3 तारीख को किसान आंदोलन में शामिल हो। देखो जो एक अंदोलन के विच मैं देखदा दूसरे तीसरे दिन जिन्नियां फैक्ट्रीज ने उन्होंने मजदूर कुछ तो बहुत चले गए लॉकडाउन करते, काफ़ी जेडे दूसरे आते हैं 2-3 घंटे रह के वो सानू सपोर्ट करके जाते हैं। हाँ और कोई साथी जी? हाँ अं ठीक है जी, अं फिर सारिया का धन्यवाद करते हैं। चलो ये